ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਬੁਲੇਟਿਨ ਵਿੱਚ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਕੈਨੇਡਾ ਭਰ ਵਿੱਚ ਮਨਾਏ ਗਏ ਕੈਨੇਡਾ ਡੇ ਦੇ ਜਸ਼ਨ ਅੱਜ ਰਾਤੀ 10 ਵਜੇ ਫੋਨ ਜਾਂ ਟੈਬ ਆਸਮਾਨ ਵੱਲ ਕਰਕੇ ਦੇਖੀ ਜਾ ਸਕਦੀ ਹੈ ਆਤਿਸ਼ਬਾਜ਼ੀ ਜੋ 3 ਮਿੰਟ ਦੇ ਲਈ ਹੋਵੇਗੀ। ਵੈਸਟ ਜੈਟ ਦੀ ਫਲਾਈਟ ਵਿੱਚ ਕੋਵਿਡ-19 ਫੈਲਣ ਦੀ ਜਾਣਕਾਰੀ ਦੱਸਾਂਗੇ। ਕਿੱਥੇ ਤੋਂ ਭਰੀ ਫਲਾਈਟ ਨੇ ਉਡਾਣ ਤੇ ਕਿਹੜੇ ਯਾਤਰੀਆਂ ਨੂੰ ਦਿੱਤੀ ਗਈ ਹੈ ਚੇਤਾਵਨੀ। ਸਸਕੈਚਵਨ ਵਿੱਚ ਘਰਾਂ ਦੇ ਮਾਲਕਾਂ ਨੇ ਵੱਡਾ ਘਾਟਾ ਪੈਣ ਦੀ ਦਿੱਤੀ ਜਾਣਕਾਰੀ। ਕੋਵਿਡ-19 ਦੀ ਆੜ ਵਿੱਚ ਕਈ ਕਿਰਾਏਦਾਰ ਨਹੀਂ ਦੇ ਰਹੇ ਕਿਰਾਇਆ। ਐਵਿਕਸ਼ਨ ਆਰਡਰ ਦੇਣ ਦੀ ਆਗਿਆ ਮੰਗ ਰਹੇ ਨੇ ਲੈਂਡਲੌਰਡ। ਨਾਰਥ ਵੈਸਟ ਟੈਰੀਟਰੀਜ਼ ਵਿੱਚ ਕਾਰਫੈਂਟਨਿਲ ਨਸ਼ੇ ਦੀ ਮੌਜੂਦਗੀ ਹੋਣ ਦੀ ਜਾਣਕਾਰੀ ਦਿੰਦੇ ਹੋਏ ਦਿੱਤੀ ਗਈ ਲੋਕਾਂ ਨੂੰ ਚੇਤਾਵਨੀ। ਓਵਰਡੋਜ਼ ਦੇ ਮਾਮਲਿਆਂ ਵਿੱਚ ਇੱਕ ਵਿਅਕਤੀ ਨੇ ਲਿਆ ਹੋਇਆ ਸੀ ਇਹ ਜਾਨਲੇਵਾ ਨਸ਼ਾ। ਬ੍ਰਿਟਿਸ਼ ਕੋਲੰਬੀਆ ਵਿੱਚ ਕੋਵਿਡ-19 ਦੌਰਾਨ ਨਿਕਲਿਆ ਹੁਣ ਤੱਕ ਦਾ ਸਭ ਤੋਂ ਵੱਡਾ ਡਰਾਅ। ਦੱਸਾਂਗੇ ਕਿੰਨਿਆਂ ਨੂੰ ਗਏ PR ਦੇ ਵਾਸਤੇ ਇਨਵੀਟੇਸ਼ਨ। ਨਾਇਗਰਾ ਪੁਲਿਸ ਨੇ ਗੈਰ ਕਾਨੂੰਨੀ ਤੌਰ ਤੇ ਕੀਤੀ ਜਾ ਰਹੀ ਭੰਗ ਦੀ ਪੈਦਾਵਾਰ ਲਈ ਸਭ ਤੋਂ ਵੱਡੇ ਆਪਰੇਸ਼ਨ ਨੂੰ ਦਿੱਤਾ ਅੰਜਾਮ। 11 ਗ੍ਰਿਫਤਾਰੀਆਂ ਕੀਤੀਆਂ। ਵਿਨੀਪੈਗ ਵਿੱਚ ਅੱਜ ਸਵੇਰੇ ਇੱਕ ਵਿਅਕਤੀ ਵਾਹਨ ਨਾਲ ਟਕਰਾਇਆ ਤਾਂ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਵਿਅਕਤੀ ਨੂੰ ਲੱਗੀ ਹੋਈ ਸੀ ਗੋਲੀ। ਦੱਸਾਂਗੇ ਪੂਰਾ ਮਾਮਲਾ। ਜਿਵੇਂ ਕਿ ਕੈਨੇਡਾ ਦੇ ਜਨਮ ਦਿਨ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਨੇ, ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਤੇ ਸ਼ਾਮ ਦਾ ਵੇਲਾ ਹੈ ਤੇ ਹਰ ਸਾਲ ਫਾਇਰਵਰਕਸ ਹੁੰਦੇ ਨੇ, ਜਸ਼ਨ ਮਨਾਏ ਜਾਂਦੇ ਨੇ, ਵੱਡੇ ਇਕੱਠ ਹੁੰਦੇ ਨੇ। ਕੋਵਿਡ-19 ਕਰਕੇ ਵੱਡੇ ਇਕੱਠ ਤਾਂ ਨਹੀਂ ਹੋ ਸਕੇ, ਪਰ ਕੈਨੇਡਾ ਸਰਕਾਰ ਦੇ ਵੱਲੋਂ ਖਾਸ ਇੱਕ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਰਾਤ ਦੇ 10 ਵਜੇ ਜੇਕਰ ਤੁਸੀਂ ਆਪਣੇ ਘਰਾਂ ਦੇ ਬਾਹਰ ਜਾ ਕੇ ਆਪਣੇ ਟੈਬ ਜਾਂ ਫੋਨ ਆਸਮਾਨ ਦੇ ਵੱਲ ਕਰੋਗੇ ਤਾਂ ਉਹਨਾਂ ਦੇ ਵਿੱਚ ਆਤਿਸ਼ਬਾਜ਼ੀ ਦੇਖੀ ਜਾ ਸਕਦੀ ਹੈ, ਜਿਸ ਦੇ ਲਈ ਕੈਨੇਡਾ ਸਰਕਾਰ ਦੇ ਵੱਲੋਂ ਇੱਥੇ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਬਹੁਤ ਸਾਰਾ ਧੰਨਵਾਦ ਨਵੀਂ ਤਕਨੀਕ ਨੂੰ ਹੈ ਜਿਸ ਦੇ ਰਾਹੀਂ ਅੱਜ ਵਰਚੁਅਲ ਤਰੀਕੇ ਦੇ ਨਾਲ ਜਸ਼ਨ ਵੀ ਮਨਾਏ ਜਾ ਰਹੇ ਨੇ ਤੇ ਵਰਚੁਅਲ ਤਰੀਕੇ ਦੇ ਨਾਲ ਆਤਿਸ਼ਬਾਜ਼ੀ ਦਾ ਵੀ ਨਜ਼ਾਰਾ ਲੋਕਾਂ ਦੇ ਵੱਲੋਂ ਦੇਖਿਆ ਜਾ ਸਕਦਾ ਹੈ। ਤੇ ਜੇਕਰ ਜਿਹੜੇ ਨਾ ਦੇਖ ਸਕਣ ਉਹਨਾਂ ਦੇ ਵਾਸਤੇ ਵੀਡੀਓਜ਼ ਵੀ ਜਾਰੀ ਕੀਤੀਆਂ ਗਈਆਂ ਨੇ। YouTube ਤੇ ਵੀ ਉਹ ਵੀਡੀਓ ਪਾਈ ਗਈ ਹੈ ਤੇ ਉਸ ਵੀਡੀਓ ਦੇ ਕੁਝ ਝਲਕੀਆਂ ਤੁਹਾਨੂੰ ਵੀ ਦਿਖਾ ਰਹੇ ਹਾਂ ਕਿ ਕੁਝ ਇਸ ਤਰ੍ਹਾਂ ਆਤਿਸ਼ਬਾਜ਼ੀ ਹੋਵੇਗੀ ਤੇ 3 ਮਿੰਟ ਦੇ ਵਾਸਤੇ ਰਾਤ ਦੇ 10 ਵਜੇ ਤੁਸੀਂ ਬਾਹਰ ਜਾ ਕੇ ਆਸਮਾਨ ਦੇ ਵੱਲ ਆਪਣੇ ਫੋਨ ਕਰੋਗੇ ਤਾਂ ਉਹ ਦੇਖ ਸਕਦੇ ਹੋ। ਤੇ ਇਸ ਦੇ ਬਾਰੇ ਹੀ ਜੋ ਵੀਡੀਓ ਹੈ ਜਾਰੀ ਹੋਈ ਹੈ ਉਹ ਵੀ ਅਧਿਕਾਰੀਆਂ ਦੇ ਵੱਲੋਂ ਦੱਸਿਆ ਗਿਆ ਕਿ ਕੁਝ ਇਸ ਤਰ੍ਹਾਂ ਆਤਿਸ਼ਬਾਜ਼ੀ ਹੋਵੇਗੀ ਤੇ ਇਸ ਦੇ ਨਾਲ ਸਿਰਫ ਇਹੀ ਨਹੀਂ ਕਿ ਫੋਨਸ ਦੇ ਵਿੱਚ ਆਤਿਸ਼ਬਾਜ਼ੀ ਦੇਖੀ ਜਾ ਸਕੇਗੀ, ਸਗੋਂ ਨਾਲ ਉਹਨਾਂ ਨੂੰ ਕੈਪਚਰ ਕਰਨ ਦੇ ਵਾਸਤੇ, ਤਸਵੀਰਾਂ ਲੈਣ ਦੇ ਵਾਸਤੇ ਵੀ ਮੌਕਾ ਮਿਲੇਗਾ ਤਾਂ ਕਿ ਪਰਿਵਾਰਾਂ ਦੇ ਨਾਲ ਕੈਨੇਡਾ ਡੇ ਦੇ ਜਸ਼ਨ ਨੂੰ ਨਾਲ ਕੈਦ ਤਸਵੀਰਾਂ ਦੇ ਵਿੱਚ ਕੀਤਾ ਜਾ ਸਕੇ। ਇਸ ਦੇ ਬਾਰੇ ਨਾਲ ਹੀ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਕੈਨੇਡਾ ਭਰ ਵਿੱਚ ਕੈਨੇਡਾ ਵਾਸੀਆਂ ਨੂੰ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਤੇ ਕੋਵਿਡ-19 ਦੇ ਕਰਕੇ ਜਿੱਥੇ ਜ਼ਿਆਦਾ ਇਕੱਠ ਨਹੀਂ ਹੋ ਸਕੇ ਤੇ ਜਿੱਥੇ ਬਣਦਾ ਸੀ ਕਿ ਮੌਕਾ ਲੋਕਾਂ ਨੂੰ ਮਿਲਿਆ, ਉਹਨਾਂ ਨੇ ਡਰਾਈਵ ਥਰੂ ਵੀ ਗੱਡੀਆਂ ਦੇ ਵਿੱਚ ਜਾ ਕੇ ਮਾਰਚ ਕੱਢੇ ਤੇ ਇਕੱਠੇ ਹੋ ਕੇ ਕੈਨੇਡਾ ਡੇ ਦੀਆਂ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਤੇ ਕੋਵਿਡ-19 ਦੀਆਂ ਹਦਾਇਤਾਂ ਦੀ ਵੀ ਪਾਲਣਾ ਕੀਤੀ ਗਈ। ਇਸ ਦੇ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ ਜੋ ਕਿ ਨੋਵਾ ਸਕੋਸ਼ੀਆ ਤੋਂ ਦਰਅਸਲ 2 ਮਾਮਲੇ ਸਾਹਮਣੇ ਆਏ ਨੇ। ਵੈਸਟ ਜੈਟ ਦੀ ਫਲਾਈਟ ਦੇ ਵਿੱਚ ਕੋਵਿਡ-19 ਫੈਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਪਿਛਲੇ 3 ਹਫ਼ਤੇ ਤੋਂ ਨੋਵਾ ਸਕੋਸ਼ੀਆ ਤੋਂ ਕੋਈ ਵੀ ਕੋਵਿਡ-19 ਦਾ ਮਾਮਲਾ ਸਾਹਮਣੇ ਨਹੀਂ ਸੀ ਆ ਰਿਹਾ। 0 ਕੇਸ ਐਕਟਿਵ ਉੱਥੇ ਹੋ ਗਏ ਸਨ, ਪਰ ਕੱਲ੍ਹ ਇੱਕ ਨਵਾਂ ਮਾਮਲਾ ਆਇਆ ਤੇ ਉਸੇ ਨਾਲ ਸੰਬੰਧਿਤ ਅੱਜ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਤੇ ਨਾ ਸਿਰਫ ਇਹ ਨੋਵਾ ਸਕੋਸ਼ੀਆ ਦੇ ਵਿੱਚ ਸਗੋਂ ਯਾਤਰੀ ਜੋ ਵੈਸਟ ਜੈਟ ਦੀ ਉਸ ਫਲਾਈਟ 'ਚ ਮੌਜੂਦ ਸਨ ਸਾਰਿਆਂ ਦੇ ਵਾਸਤੇ ਚੇਤਾਵਨੀ ਜਾਰੀ ਕੀਤੀ ਗਈ ਹੈ ਕਿਉਂਕਿ ਉਸ ਦੇ ਵਿੱਚੋਂ ਹੀ ਕੋਵਿਡ-19 ਵਿਅਕਤੀਆਂ ਨੂੰ ਹੋਣ ਦੇ ਮਾਮਲੇ ਸਾਹਮਣੇ ਆਏ ਨੇ। ਨੋਵਾ ਸਕੋਸ਼ੀਆ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਇੱਕ ਵੀ ਕੋਰੋਨਾ ਵਾਇਰਸ ਦਾ ਨਵਾਂ ਮਾਮਲਾ ਸਾਹਮਣੇ ਨਹੀਂ ਸੀ ਆ ਰਿਹਾ, ਜਿੱਥੇ ਕਿ ਹੁਣ ਤੱਕ ਐਕਟਿਵ ਕੇਸ 0 ਪਾਏ ਜਾ ਰਹੇ ਸਨ, ਪਰ ਮੰਗਲਵਾਰ ਨੂੰ ਉੱਥੇ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਤੇ ਉਸੇ ਨਾਲ ਸੰਬੰਧਿਤ ਇੱਕ ਹੋਰ ਕੋਵਿਡ-19 ਦਾ ਨਵਾਂ ਮਾਮਲਾ ਨੋਵਾ ਸਕੋਸ਼ੀਆ ਤੋਂ ਅੱਜ ਯਾਨੀ ਕਿ ਬੁੱਧਵਾਰ ਨੂੰ ਸਾਹਮਣੇ ਆ ਗਿਆ ਹੈ। ਦਰਅਸਲ ਇਹ ਦੋਵੇਂ ਮਾਮਲੇ ਨੋਵਾ ਸਕੋਸ਼ੀਆ ਦੇ ਉਹਨਾਂ ਵਿਅਕਤੀਆਂ ਦੇ ਨਾਲ ਸੰਬੰਧਿਤ ਨੇ ਜਿਹੜੇ ਕਿ ਕੈਨੇਡਾ ਦੇ ਬਾਹਰੋਂ ਸਫ਼ਰ ਕਰਕੇ ਆਏ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਕੋਵਿਡ-19 ਤੋਂ ਪੀੜਤ ਪਾਇਆ ਗਿਆ ਹੈ, ਜਿਸ ਦੇ ਬਾਰੇ ਨੋਵਾ ਸਕੋਸ਼ੀਆ ਹੈਲਥ ਅਥਾਰਟੀ ਦੇ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਵੈਸਟ ਜੈਟ ਫਲਾਈਟ ਦੇ ਵਿੱਚ ਜਿਹੜੀ ਕਿ ਟੋਰਾਂਟੋ ਤੋਂ ਹੈਲੀਫੈਕਸ ਗਈ 26 ਜੂਨ ਨੂੰ, ਉਸ ਦੇ ਵਿੱਚ ਕਿਸੇ ਨੂੰ ਕੋਵਿਡ-19 ਸੀ, ਜਿਸ ਤੋਂ ਬਾਅਦ ਕਾਫੀ ਜ਼ਿਆਦਾ ਯਾਤਰੀਆਂ ਨੂੰ ਅੱਗੇ ਵੀ ਫੈਲਿਆ ਹੋ ਸਕਦਾ ਹੈ, ਜਿਸ ਦੇ ਲਈ ਸਾਰੇ ਯਾਤਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਵੈਸਟ ਜੈਟ ਫਲਾਈਟ WS 248 ਟੋਰਾਂਟੋ ਤੋਂ ਸਵੇਰੇ 10 ਵਜੇ ਨਿਕਲੀ ਸੀ 26 ਜੂਨ ਨੂੰ ਤੇ ਹੈਲੀਫੈਕਸ ਦੇ ਵਿੱਚ 1:04 ਦੇ ਉੱਤੇ ਪਹੁੰਚੀ ਸੀ ਦੁਪਹਿਰ ਨੂੰ, ਜਿਸ ਦੇ ਬਾਰੇ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਫਲਾਈਟ ਦੇ ਵਿੱਚ ਜਿਹੜੇ ਯਾਤਰੀ ਮੌਜੂਦ ਸਨ ਉਹ ਤੁਰੰਤ 811 ਕਰਕੇ ਇਸ ਦੀ ਜਾਣਕਾਰੀ ਜ਼ਰੂਰ ਦੇਣ, ਜਿਸ ਦੇ ਵਿੱਚ ਉਹਨਾਂ ਨੇ ਇੱਥੋਂ ਤੱਕ ਜਾਣਕਾਰੀ ਦਿੱਤੀ ਹੈ ਕਿ ਸੀਟ A to C ਜੋ ਕਿ 16 ਤੋਂ ਲੈ ਕੇ 21 ਰੋ ਦੇ ਵਿੱਚ
ਯਾਤਰੀ ਬੈਠੇ ਸਨ ਉਹਨਾਂ ਦੇ ਵਿੱਚ ਹੋ ਸਕਦਾ ਕਿਸੇ ਨੂੰ ਕੋਵਿਡ-19 ਪਹਿਲਾਂ ਸੀ, ਜਿਸ ਤੋਂ ਬਾਕੀ ਯਾਤਰੀ ਵੀ ਪੀੜਤ ਹੋ ਗਏ। ਇਸ ਦੇ ਬਾਰੇ ਹੋਰ ਜ਼ਿਆਦਾ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਅੱਗੇ ਤੋਂ ਅੱਗੇ ਜਾਣਕਾਰੀ ਪਹੁੰਚਾਈ ਜਾ ਰਹੀ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਜਿੰਨੇ ਵੀ ਉਸ ਫਲਾਈਟ ਦੇ ਵਿੱਚ ਯਾਤਰੀ ਸਨ ਸਭ ਨੂੰ ਛੇਤੀ ਸੰਪਰਕ ਕੀਤਾ ਜਾ ਸਕੇ ਤੇ ਹੋ ਸਕਦਾ ਹੈ ਕਿ ਉਸ ਫਲਾਈਟ ਵਿੱਚ ਮੌਜੂਦ ਵਿਅਕਤੀ ਨੇ ਜੋ ਉਹ 10 ਜੁਲਾਈ ਤੱਕ ਉਹਨਾਂ ਦੇ ਵਿੱਚੋਂ ਕਿਸੇ ਦੇ ਵਿੱਚ ਕੋਵਿਡ-19 ਦੇ ਲੱਛਣ ਨਜ਼ਰ ਆਉਣ, ਕਿਉਂਕਿ ਹੋ ਸਕਦਾ ਹੈ ਇਸ ਸਮੇਂ ਉਹ ਖੁਦ ਨੂੰ ਤੰਦਰੁਸਤ ਮਹਿਸੂਸ ਕਰ ਰਹੇ ਹੋਣ ਪਰ ਅਗਲੇ 14 ਦਿਨ ਦੇ ਵਿੱਚ ਉਹਨਾਂ ਦੇ ਵਿੱਚ ਕੋਵਿਡ-19 ਦੇ ਲੱਛਣ ਦਿਖਾਈ ਦੇ ਸਕਦੇ ਨੇ, ਜਿਸ ਦੇ ਲਈ ਉਹਨਾਂ ਸਾਰਿਆਂ ਨੂੰ ਖੁਦ ਨੂੰ ਵੱਖਰੇ ਤੌਰ ਦੇ ਉੱਤੇ ਤੁਰੰਤ ਰੱਖਣ ਦੇ ਵਾਸਤੇ ਵੀ ਕਹਿ ਦਿੱਤਾ ਗਿਆ ਹੈ ਤੇ 811 ਤੇ ਫੋਨ ਕਰਨ ਦੇ ਲਈ ਵੀ ਕਿਹਾ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਹੁਣ ਤੱਕ ਨੋਵਾ ਸਕੋਸ਼ੀਆ ਦੇ ਵਿੱਚ 1063 ਕੋਵਿਡ-19 ਦੇ ਮਾਮਲੇ ਪਾਏ ਗਏ ਨੇ, ਜਿਨ੍ਹਾਂ ਦੇ ਵਿੱਚ ਠੀਕ ਵੀ ਹੋ ਗਏ ਸਨ ਸਾਰੇ ਤੇ ਨਾਲ ਹੀ ਨਵੇਂ ਮਾਮਲੇ ਵੀ 3 ਹਫ਼ਤੇ ਤੋਂ ਕੋਈ ਵੀ ਸਾਹਮਣੇ ਨਹੀਂ ਆ ਰਹੇ ਸਨ। ਅਗਲੀ ਖਬਰ ਹੈ ਕਿ ਸਸਕੈਚਵਨ ਦੇ ਵਿੱਚ ਲੈਂਡਲੋਰਡਸ ਦੀ ਜਿਹੜੀ ਐਸੋਸੀਏਸ਼ਨ ਹੈ ਉਸ ਦੇ ਅਧੀਨ ਕਰੀਬ 500 ਲੈਂਡਲੋਰਡ ਆਉਂਦੇ ਨੇ। ਉਹਨਾਂ ਦੇ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਕੋਵਿਡ-19 ਦੇ ਸੰਬੰਧੀ ਜਿਹੜੀਆਂ ਹਦਾਇਤਾਂ ਲੱਗੀਆਂ ਉਹਨਾਂ ਦਾ ਬਹੁਤ ਸਾਰੇ ਕਿਰਾਏਦਾਰਾਂ ਨੇ ਕੁਝ ਇਸ ਤਰ੍ਹਾਂ ਫਾਇਦਾ ਚੁੱਕਿਆ ਕਿ ਉਹ ਕਿਰਾਇਆ ਦੇ ਸਕਦੇ ਸੀ, ਪਰ ਫਿਰ ਵੀ ਉਹਨਾਂ ਨੇ ਦਿੱਤਾ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਕਿਰਾਇਆ ਨਾ ਦੇ ਸਕਣ ਕਰਕੇ ਕੋਵਿਡ-19 ਦੇ ਦੌਰਾਨ ਉਹਨਾਂ ਨੂੰ ਐਵਿਕਸ਼ਨ ਨੋਟਿਸ ਨਹੀਂ ਦਿੱਤਾ ਜਾ ਸਕਦਾ, ਘਰੋਂ ਕੱਢਿਆ ਨਹੀਂ ਜਾ ਸਕਦਾ, ਜਿਸ ਕਰਕੇ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਨੇ ਤੇ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕਿਰਾਏਦਾਰਾਂ ਨੂੰ ਐਵਿਕਸ਼ਨ ਨੋਟਿਸ ਦਿੱਤੇ ਜਾਣ ਦੇ ਬਾਰੇ ਉਹਨਾਂ ਨੂੰ ਛੋਟ ਦਿੱਤੀ ਜਾਵੇ। ਪਰ ਇੱਥੇ ਜ਼ਿਕਰਯੋਗ ਹੈ ਕਿ ਵੱਖੋ ਵੱਖਰੀਆਂ ਸੂਬਾ ਸਰਕਾਰਾਂ ਦੇ ਵੱਲੋਂ ਇੱਥੇ ਹਦਾਇਤਾਂ ਲਾਈਆਂ ਗਈਆਂ ਨੇ, ਜਿੱਥੇ ਕੋਵਿਡ-19 ਨੂੰ ਲੈ ਕੇ ਵੱਖੋ ਵੱਖਰੇ ਲੋਕਾਂ ਨੂੰ ਸੁਰੱਖਿਆ ਨੂੰ ਲੈ ਕੇ ਹਦਾਇਤਾਂ ਲਾਈਆਂ ਗਈਆਂ ਨੇ ਤਾਂ ਨਾਲ ਹੀ ਜੋ ਵੱਖੋ ਵੱਖਰੇ ਪ੍ਰੋਗਰਾਮਸ ਨੇ ਉਸ ਦੇ ਤਹਿਤ ਵੀ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਨੇ। ਤਾਂ ਕੁਝ ਇਸ ਤਰ੍ਹਾਂ ਵੀ ਹੁਕਮ ਦਿੱਤੇ ਗਏ ਨੇ ਕਿ ਐਕਟ ਵੀ ਬਣਾਇਆ ਗਿਆ ਕਿ ਐਵਿਕਸ਼ਨ ਨੋਟਿਸ ਨਹੀਂ ਦਿੱਤਾ ਜਾ ਸਕਦਾ, ਘਰੋਂ ਕੱਢਣ ਦੇ ਵਾਸਤੇ ਨਹੀਂ ਕਿਹਾ ਜਾ ਸਕਦਾ ਜੇਕਰ ਕੋਈ ਕਿਰਾਇਆ ਨਹੀਂ ਦੇ ਪਾ ਰਿਹਾ ਕੋਵਿਡ-19 ਦੇ ਕਰਕੇ, ਜਿਸ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਦਾ ਫਾਇਦਾ ਨਾ ਚੁੱਕਿਆ ਜਾਵੇ। ਜਿਹੜੇ ਕਿਰਾਇਆ ਦੇ ਸਕਦੇ ਨੇ ਉਹ ਜ਼ਰੂਰ ਦੇਣ, ਪਰ ਫਿਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕਿਰਾਏ ਨਹੀਂ ਦੇ ਰਹੇ ਤੇ ਸਰਕਾਰ ਦੇ ਵੱਲੋਂ ਜਿਹੜੀ ਵਿੱਤੀ ਸਹਾਇਤਾ ਦਿੱਤੀ ਵੀ ਜਾ ਰਹੀ ਹੈ ਉਹ ਨਾਕਾਫੀ ਲੈਂਡਲੋਰਡਸ ਦੇ ਵੱਲੋਂ ਕਹੀ ਜਾ ਰਹੀ ਹੈ। ਵੱਡੀ ਗਿਣਤੀ ਦੇ ਵਿੱਚ ਲੈਂਡਲੋਰਡ ਅਜਿਹੇ ਨੇ ਜੋ ਕਿ ਸਿਰਫ ਕਿਰਾਏ ਦੇ ਉੱਤੇ ਹੀ ਨਿਰਭਰ ਕਰਦੇ ਨੇ, ਪਰ ਕਿਰਾਇਆ ਨਾ ਮਿਲ ਸਕਣ ਕਰਕੇ ਉਹਨਾਂ ਦੀ ਵਿੱਤੀ ਹਾਲਤ ਕਾਫੀ ਖਰਾਬ ਹੋ ਗਈ ਹੈ, ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਆਵਾਜ਼ ਚੁੱਕੀ ਜਾ ਰਹੀ ਹੈ ਤੇ ਸਰਕਾਰ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਐਵਿਕਸ਼ਨ ਨੋਟਿਸ ਦੇਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਉਹਨਾਂ ਦੀ ਜੋ ਵਿੱਤੀ ਹਾਲਤ ਖਰਾਬ ਹੋ ਰਹੀ ਹੈ ਉਸ ਨੂੰ ਲੈ ਕੇ ਉਹ ਅੱਗੇ ਆਪਣੀ ਹਾਲਤ ਸੁਧਾਰ ਸਕਣ ਤੇ ਨਾਲ ਹੀ ਉਹ ਪੂਰੀ ਤਰ੍ਹਾਂ ਜੋ ਕਿਰਾਏ ਦੇ ਉੱਤੇ ਹੀ ਨਿਰਭਰ ਕਰਦੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਨੇ ਤੇ ਉਸ ਵਿੱਚ ਕਿਰਾਏਦਾਰਾਂ ਵੱਲੋਂ ਮਨਮਰਜ਼ੀ ਕੀਤੀ ਜਾ ਰਹੀ ਹੈ, ਅਜਿਹਾ ਨਾ ਹੋਵੇ। ਇਸ ਦੇ ਲਈ ਇਹ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਕੋਵਿਡ-19 ਕਰਕੇ ਜਿੱਥੇ ਇੱਕ ਪਾਸੇ ਵੱਖੋ ਵੱਖਰੇ ਪ੍ਰੋਗਰਾਮਸ ਤੇ ਸਹੂਲਤਾਂ 'ਚ ਵਾਧਾ ਕੀਤਾ ਜਾ ਰਿਹਾ ਹੈ ਸਮੇਂ ਨੂੰ ਲੈ ਕੇ, ਤਾਂ ਜੋ ਐਵਿਕਸ਼ਨ ਨੋਟਿਸ ਨਾ ਦੇ ਸਕਣ ਦਾ ਇਸ ਸੰਬੰਧੀ ਸਹੂਲਤ ਦਿੱਤੀ ਜਾ ਰਹੀ ਸੀ, ਮਦਦ ਦਿੱਤੀ ਜਾ ਰਹੀ ਸੀ, ਉਸ ਦੇ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ ਕਿ ਸਮਾਂ ਮਿਆਦ ਵੀ ਵਧਾਈ ਗਈ ਹੈ ਕਈ ਸੂਬਾ ਸਰਕਾਰਾਂ ਦੇ ਵੱਲੋਂ ਤੇ ਉਸ ਸਮਾਂ ਮਿਆਦ ਨੂੰ ਨਾ ਵਧਾਉਣ ਤੇ ਲੈਂਡਲੋਰਡਸ ਦੇ ਹੱਕ ਦੀ ਗੱਲ ਕਰਨ ਦੇ ਬਾਰੇ ਹੁਣ ਸਰਕਾਰਾਂ ਤੋਂ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਦਰਅਸਲ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਸ਼ੁੱਕਰਵਾਰ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਓਵਰਡੋਜ਼ ਦੇ ਵੱਡੀ ਗਿਣਤੀ 'ਚ ਮਾਮਲੇ ਸਾਹਮਣੇ ਆਏ, ਜਿਸ ਵਿੱਚ 131 ਵਿਅਕਤੀਆਂ ਨੂੰ ਓਵਰਡੋਜ਼ ਤੋਂ ਪੀੜਤ ਸਨ, ਜਿਹੜੇ ਜ਼ਿਆਦਾ ਨਸ਼ਾ ਉਹਨਾਂ ਨੇ ਕਰ ਲਿਆ ਸੀ। ਹਸਪਤਾਲ ਉਹਨਾਂ ਨੂੰ ਤੁਰੰਤ ਪਹੁੰਚਾਇਆ ਗਿਆ, ਪੈਰਾਮੈਡਿਕਸ ਨੂੰ ਉਸ ਦੇ ਲਈ ਬੁਲਾਇਆ ਗਿਆ, ਪਰ ਵੱਖੋ ਵੱਖਰੇ ਖੇਤਰਾਂ ਦੇ ਵਿੱਚ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਤੇ ਕਾਫੀ ਖਤਰਨਾਕ ਨਸ਼ੇ ਨੇ ਜਿਹੜੇ ਉਹ ਵੀ ਲੋਕਾਂ ਦੇ ਦਰਮਿਆਨ ਪਹੁੰਚ ਰਹੇ ਨੇ। ਉਸ ਦਾ ਸਬੂਤ ਵੀ ਇਸ ਤੋਂ ਮਿਲ ਜਾਂਦਾ ਹੈ ਜੋ ਕਿ ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚੋਂ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ, ਜਿਨ੍ਹਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਾਰਫੈਂਟਨਿਲ ਕਾਫੀ ਜ਼ਿਆਦਾ ਭਿਆਨਕ ਨਸ਼ਾ ਹੈ ਜੋ ਕਿ ਲੋਕਾਂ ਦੇ ਵਿੱਚ ਪਹੁੰਚਿਆ ਹੋਇਆ ਹੈ। ਉਸ ਦਾ ਸਬੂਤ ਉਦੋਂ ਮਿਲਿਆ ਜਦੋਂ ਓਵਰਡੋਜ਼ ਦੇ ਮਾਮਲੇ ਸਾਹਮਣੇ ਆਏ ਤੇ ਉਸ ਦੇ ਵਿੱਚ ਇੱਕ ਮਰੀਜ਼ ਦਾ ਜਦੋਂ ਲੈਬ 'ਚ ਟੈਸਟ ਕੀਤਾ ਗਿਆ ਤਾਂ ਉੱਥੋਂ ਪਤਾ ਲੱਗਿਆ ਕਿ ਉਸਨੇ ਕਾਰਫੈਂਟਨਿਲ ਵਰਗਾ ਨਸ਼ਾ ਕੀਤਾ ਹੋਇਆ ਸੀ। ਨਾਰਥ ਵੈਸਟ ਟੈਰੀਟਰੀਜ਼ ਤੋਂ ਸਿਹਤ ਅਧਿਕਾਰੀਆਂ ਨੇ ਨਾਲੇ ਜਾਣਕਾਰੀ ਦਿੱਤੀ ਹੈ ਤੇ ਸਾਰੇ ਹੀ ਵਸਨੀਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਲੈਬੋਰੇਟਰੀ ਦੇ ਵਿੱਚ ਪੁਸ਼ਟੀ ਹੋਈ ਹੈ ਕਿ ਜੂਨ ਮਹੀਨੇ ਜਿਹੜੇ ਓਵਰਡੋਜ਼ ਦੇ ਮਾਮਲੇ ਸਾਹਮਣੇ ਆਏ ਨੇ, ਯਾਨੀ ਕਿ ਵਿਅਕਤੀਆਂ ਦੇ ਵੱਲੋਂ ਨਸ਼ੇ ਦੀ ਜ਼ਿਆਦਾ ਮਾਤਰਾ ਲੈ ਲਈ ਗਈ, ਜਿਸ ਤੋਂ ਬਾਅਦ ਉਹਨਾਂ ਦੀ ਤਬੀਅਤ ਜ਼ਿਆਦਾ ਵਿਗੜ ਗਈ ਤੇ ਅਧਿਕਾਰੀਆਂ ਨੂੰ ਉਹਨਾਂ ਦੇ ਇਲਾਜ ਕਰਨਾ ਪਿਆ, ਪੈਰਾਮੈਡਿਕਸ ਨੂੰ ਬੁਲਾਉਣਾ ਪਿਆ ਤੇ ਉਹਨਾਂ ਦੇ ਵਿੱਚ ਜਦੋਂ ਜਾਂਚ ਹੋਈ, ਉਹਨਾਂ ਦੇ ਟੈਸਟ ਕੀਤੇ ਗਏ ਨੇ ਤਾਂ ਉਹਨਾਂ ਵਿੱਚ ਇੱਕ ਓਵਰਡੋਜ਼ ਦਾ ਮਰੀਜ਼ ਅਜਿਹਾ ਪਾਇਆ ਗਿਆ ਜਿਸ ਦੇ ਵਿੱਚ ਕਾਰਫੈਂਟਨਿਲ ਪਾਈ ਗਈ ਹੈ, ਜੋ ਕਿ ਕਾਫੀ ਖਤਰਨਾਕ ਨਸ਼ਾ ਹੈ, ਜਿਸ ਦੇ ਬਾਰੇ ਬੁੱਧਵਾਰ ਨੂੰ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੂਨ ਮਹੀਨੇ 5 ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਵਿੱਚ ਵਿਅਕਤੀਆਂ ਦੀ ਜਾਨ ਤਾਂ ਬਚ ਗਈ, ਪਰ ਨਸ਼ੇ ਦੀ ਓਵਰਡੋਜ਼ ਕਰਕੇ ਉਹਨਾਂ ਦੀ ਹਾਲਤ ਕਾਫੀ ਖਰਾਬ ਸੀ ਤੇ ਉਹਨਾਂ ਦੇ ਵਿੱਚ ਹੀ ਇੱਕ ਦੇ ਵਿੱਚ ਕਾਰਫੈਂਟਨਿਲ ਵਰਗਾ ਨਸ਼ਾ ਪਾਇਆ ਗਿਆ ਜੋ ਕਿ ਇੱਕ ਗੈਰ ਕਾਨੂੰਨੀ ਨਸ਼ਾ ਹੈ ਤੇ ਉਹ ਕਾਫੀ ਜ਼ਿਆਦਾ ਖਤਰਨਾਕ ਹੈ, ਜਿਸ ਦੇ ਨਾਲ ਵਿਅਕਤੀ ਦੀ ਤੁਰੰਤ ਮੌਤ ਵੀ ਹੋ ਸਕਦੀ ਹੈ।
ਜਿਸ ਦੇ ਬਾਰੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਫੈਂਟਨਲ ਦੇ ਨਾਲੋਂ 100 ਗੁਣਾ ਜ਼ਿਆਦਾ ਤੇਜ਼ ਨਸ਼ਾ ਹੈ, ਜੋ ਕਿ ਸਰੀਰ ਦੇ ਉੱਤੇ ਕਾਫੀ ਜ਼ਿਆਦਾ ਬੁਰਾ ਅਸਰ ਪਾਉਂਦਾ ਹੈ ਤੇ ਵਿਅਕਤੀ ਦੀ ਤੁਰੰਤ ਮੌਤ ਹੋ ਸਕਦੀ ਹੈ। ਇਸ ਦੀ ਚੇਤਾਵਨੀ ਦਿੰਦੇ ਹੋਏ ਨਾਰਥ ਵੈਸਟ ਟੈਰੀਟਰੀਜ਼ ਦੇ ਅਧਿਕਾਰੀਆਂ ਦੇ ਵੱਲੋਂ ਹੋਰ ਜ਼ਿਆਦਾ ਲੋਕਾਂ ਨਾਲ ਸੰਪਰਕ ਵੀ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਅਜਿਹੇ ਨਸ਼ੇ ਤੋਂ ਬਿਲਕੁਲ ਦੂਰ ਰਿਹਾ ਜਾਵੇ ਤੇ ਉਸ ਦੇ ਬਾਰੇ ਹੋਰ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਉਹ ਨਸ਼ਾ ਆਮ ਲੋਕਾਂ ਤੱਕ ਕਿਵੇਂ ਪਹੁੰਚ ਰਿਹਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਜੇਕਰ ਕੋਈ ਵਿਅਕਤੀ ਜ਼ਿਆਦਾ ਨਸ਼ਾ ਕਰਕੇ ਉਸ ਦੀ ਹਾਲਤ ਖਰਾਬ ਹੋ ਜਾਂਦੀ ਹੈ ਤਾਂ ਉਸ ਦੀ ਪਛਾਣ ਕਿਵੇਂ ਕੀਤੀ ਜਾਣੀ ਹੈ ਕਿ ਹੋ ਸਕਦਾ ਹੈ ਕਿ ਉਸ ਦੇ ਸਾਹ ਲੈਣਾ ਕਾਫੀ ਜ਼ਿਆਦਾ ਹੌਲੀ ਹੋ ਜਾਵੇ ਜਾਂ ਫਿਰ ਤੁਸੀਂ ਇਹ ਮਹਿਸੂਸ ਕਰੋ ਕਿ ਉਹ ਸਾਹ ਨਹੀਂ ਲੈ ਰਿਹਾ, ਉਸ ਦੇ ਨੌ ਨੀਲੇ ਪੈ ਜਾਣ, ਬੁੱਲ ਨੀਲੇ ਹੋ ਜਾਣ ਤੇ ਉਹ ਇੱਕ ਥਾਂ ਦੇ ਉੱਤੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਵੀ ਹੋ ਸਕਦਾ ਹੈ ਤੇ ਉਸ ਦਾ ਸਰੀਰ ਵੀ ਠੰਡਾ ਪਿਆ ਹੋ ਸਕਦਾ ਹੈ। ਇਸ ਦੌਰਾਨ ਬਾਰ-ਬਾਰ ਵਸਨੀਕਾਂ ਨੂੰ ਇਹ ਵੀ ਯਾਦ ਕਰਵਾਇਆ ਜਾ ਰਿਹਾ ਹੈ ਕਿ ਉਹ ਨਲੈਕਸੋਨ ਕਿਟਸ ਨੇ ਜੋ ਉਹ ਲੈ ਸਕਦੇ ਨੇ ਤੇ ਅਜਿਹੇ ਵਿੱਚ ਵਿਅਕਤੀਆਂ ਦੀ ਜਾਨ ਬਚਾਈ ਜਾ ਸਕਦੀ ਹੈ ਜਿਹੜੇ ਓਵਰਡੋਜ਼ ਹੋ ਜਾਂਦੇ ਨੇ ਤੇ ਜੋ ਕਾਫੀ ਖਤਰਨਾਕ ਹੋ ਜਾਂਦਾ ਹੈ। ਉਸ ਸਮੇਂ ਉਹਨਾਂ ਦੀ ਜਾਨ ਨੂੰ ਬਚਾਉਣਾ ਤੇ ਤੁਰੰਤ ਨਲੈਕਸੋਨ ਕਿਟ ਦੇ ਨਾਲ ਉਹਨਾਂ ਦੀ ਜਾਨ ਬਚਾਈ ਜਾ ਸਕਦੀ ਹੈ। ਨਲੈਕਸੋਨ ਕਿਟਸ ਕਾਫੀ ਜ਼ਿਆਦਾ ਫਾਰਮੇਸੀਜ਼ ਤੇ ਵੀ ਮਿਲ ਜਾਂਦੀਆਂ ਨੇ, ਜਿੱਥੇ ਕਿ ਇਹ ਵੀ ਦੱਸਿਆ ਜਾਂਦਾ ਹੈ ਕਿ ਆਖਿਰ ਉਹਨਾਂ ਦੀ ਵਰਤੋਂ ਕਿਵੇਂ ਕਰਨੀ ਹੈ ਅਜਿਹੇ ਵਿਅਕਤੀ ਦੇ ਉੱਤੇ ਜਿਸ ਦੀ ਨਸ਼ੇ ਕਰਕੇ ਹਾਲਤ ਖਰਾਬ ਹੋਵੇ ਤੇ ਉਸ ਦੀ ਜਾਨ ਬਚਾਉਣੀ ਹੋਵੇ। ਹੁਣ ਤੁਹਾਨੂੰ ਦੱਸਾਂਗੇ ਕਿ ਜੋ PNP ਦੇ ਡਰਾਅ ਨਿਕਲ ਰਹੇ ਨੇ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਤਾਜ਼ਾ ਡਰਾਅ ਜਿਹੜਾ ਨਿਕਲਿਆ ਉਸ ਦੇ ਵਿੱਚ ਕਿੰਨੇ ਵਿਅਕਤੀਆਂ ਨੂੰ ਇਨਵੀਟੇਸ਼ਨ PR ਦੇ ਵਾਸਤੇ ਦਿੱਤੇ ਗਏ ਨੇ। ਜਦੋਂ ਤੋਂ COVID-19 ਦੇ ਕਰਕੇ ਹਾਲਾਤ ਖਰਾਬ ਹੋਏ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 30 ਜੂਨ ਨੂੰ ਯਾਨੀ ਕਿ ਕੱਲ ਸਭ ਤੋਂ ਵੱਡਾ PNP ਦਾ ਡਰਾਅ ਨਿਕਲਿਆ, ਜਿਸ ਦੇ ਵਿੱਚ 314 ਐਕਸਪ੍ਰੈਸ ਐਂਟਰੀ ਤੇ ਸਕਿੱਲਸ ਇਮੀਗ੍ਰੇਸ਼ਨ ਕੈਂਡੀਡੇਟਸ ਦੇ ਲਈ ਇਨਵੀਟੇਸ਼ਨ ਭੇਜੇ ਗਏ ਨੇ, ਜਿਨ੍ਹਾਂ ਨੂੰ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਦੇ ਤਹਿਤ ਇਹ ਇਨਵੀਟੇਸ਼ਨ ਭੇਜੇ ਗਏ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਫਾਈਲਾਂ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸੂਬੇ ਦੇ ਵੱਲੋਂ ਜਦੋਂ PNP ਕਲੀਅਰ ਹੋ ਜਾਂਦੀ ਹੈ ਤਾਂ 600 ਪੁਆਇੰਟ ਉਸ ਦੇ ਉਹਨਾਂ ਨੂੰ ਮਿਲ ਜਾਣਗੇ, ਜਿਸ ਤੋਂ ਬਾਅਦ ਫੈਡਰਲ ਦੇ ਵਿੱਚ PR ਦੇ ਵਾਸਤੇ ਫਾਈਲ ਲੱਗ ਜਾਂਦੀ ਹੈ। 2020 ਦੇ ਵਿੱਚ ਨਿਕਲਿਆ ਹੁਣ ਤੱਕ ਦਾ ਦੂਜਾ ਵੱਡਾ ਡਰਾਅ ਹੈ। ਇਸ ਤੋਂ ਪਹਿਲਾਂ ਮਾਰਚ 10 ਨੂੰ ਸਭ ਤੋਂ ਵੱਡਾ ਡਰਾਅ 2020 ਦੇ ਵਿੱਚ ਨਿਕਲਿਆ, ਜਿਸ ਦੇ ਵਿੱਚ 332 ਵਿਅਕਤੀਆਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ PR ਦੇ ਵਾਸਤੇ। ਇੱਥੇ ਜ਼ਿਕਰਯੋਗ ਹੈ ਜਿਹੜਾ ਕੱਲ ਡਰਾਅ ਨਿਕਲਿਆ ਉਸ ਦੇ ਵਿੱਚ ਘੱਟੋ ਘੱਟ ਸਕੋਰ 79 ਤੋਂ ਲੈ ਕੇ 100 ਤੱਕ ਗਿਆ। ਵੱਖੋ ਵੱਖਰੀਆਂ ਕੈਟਾਗਰੀਜ਼ ਦੇ ਵਾਸਤੇ ਵੱਖੋ ਵੱਖਰੇ ਸਕੋਰ ਸਨ, ਜਿਸ ਦੇ ਵਿੱਚ SI ਸਕਿਲਡ ਵਰਕਰਸ ਦੇ ਵਾਸਤੇ ਘੱਟੋ ਘੱਟ ਸਕੋਰ 98 ਤੱਕ ਗਿਆ, SI ਇੰਟਰਨੈਸ਼ਨਲ ਗ੍ਰੈਜੂਏਟ ਵਾਸਤੇ ਘੱਟੋ ਘੱਟ ਸਕੋਰ 100 ਤੱਕ ਗਿਆ, SI ਐਂਟਰੀ ਲੈਵਲ ਤੇ ਸੈਮੀ ਸਕਿਲਡ ਦੇ ਵਾਸਤੇ ਘੱਟੋ ਘੱਟ ਸਕੋਰ 79 ਤੱਕ ਗਿਆ, EEBC ਸਕਿਲਡ ਵਰਕਰ ਦੇ ਲਈ 98 ਤੱਕ ਗਿਆ ਤੇ EEBC ਇੰਟਰਨੈਸ਼ਨਲ ਗ੍ਰੈਜੂਏਟਸ ਦੇ ਲਈ 100 ਤੱਕ ਗਿਆ। ਤੇ ਇਸ ਤੋਂ ਬਾਅਦ ਹੁਣ ਉਹਨਾਂ ਨੂੰ ਜਿਹੜੇ ਪੁਆਇੰਟ ਨੇ ਉਹ 600 ਤੱਕ ਮਿਲ ਜਾਣਗੇ। ਆਉਂਦੇ ਕੁਝ ਮਹੀਨਿਆਂ ਵਿੱਚ ਫਿਰ ਉਹ PR ਦੇ ਵਾਸਤੇ ਆਪਣੀ ਫਾਈਲ ਲਗਾ ਸਕਦੇ ਨੇ। ਇੱਥੇ ਜ਼ਿਕਰਯੋਗ ਹੈ ਕਿ ਸੂਬਿਆਂ ਦੇ ਵੱਲੋਂ ਜੋ ਇਸ ਸਮੇਂ ਡਰਾਅ ਕੱਢੇ ਜਾ ਰਹੇ ਨੇ ਉਸ ਦੇ ਵਿੱਚ ਕਾਫੀ ਜ਼ਿਆਦਾ ਵਿਅਕਤੀਆਂ ਨੂੰ ਇਨਵੀਟੇਸ਼ਨ ਭੇਜੇ ਜਾ ਰਹੇ ਨੇ, ਕਿਉਂਕਿ ਸੂਬਿਆਂ ਦੇ ਵਿੱਚ ਕਾਮਿਆਂ ਦੀ ਘਾਟ ਇਸ ਸਮੇਂ ਕਾਫੀ ਜ਼ਿਆਦਾ ਪਾਈ ਜਾ ਰਹੀ ਹੈ। ਤੇ ਇੱਥੇ ਇਹ ਵੀ ਜ਼ਿਕਰ ਖਾਸ ਹੈ ਕਿ ਜਦੋਂ ਫੈਡਰਲ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਐਕਸਪ੍ਰੈਸ ਐਂਟਰੀ ਦੇ ਤਹਿਤ PR ਦਿੱਤੀ ਜਾ ਰਹੀ ਹੈ, ਉਸ ਦੇ ਵਿੱਚ ਵੀ ਜਿਹੜੇ ਕੁਝ ਡਰਾਅ ਪਿੱਛੇ ਕੱਢੇ ਗਏ ਨੇ ਉਹ ਉਹਨਾਂ ਦੇ ਕੱਢੇ ਗਏ ਨੇ ਜਿਨ੍ਹਾਂ ਦੇ ਕੋਲ ਪਹਿਲਾਂ PNP ਮੌਜੂਦ ਹੈ, PNP ਦਾ ਸਕੋਰ ਉਹਨਾਂ ਕੋਲ ਹੈਗਾ, ਜਿਸ ਦੇ ਬਾਰੇ ਅਸੀਂ ਪਹਿਲਾਂ ਵੀ ਤੁਹਾਨੂੰ ਜਾਣਕਾਰੀ ਦੇ ਚੁੱਕੇ ਹਾਂ। ਨਾਇਗਰਾ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉੱਥੇ ਉਹਨਾਂ ਨੇ ਕਾਫੀ ਜ਼ਿਆਦਾ ਵੱਡੀ ਮਾਤਰਾ 'ਚ ਗੈਰ ਕਾਨੂੰਨੀ 'ਚ ਲਗਾਈ ਗਈ ਭੰਗ ਜ਼ਬਤ ਕੀਤੀ ਹੈ। ਪੈਦਾਵਾਰ ਭੰਗ ਦੀ ਕੀਤੀ ਜਾ ਰਹੀ ਸੀ, ਉਸ ਤੋਂ ਭੰਗ ਅੱਗੇ ਤਿਆਰ ਕਰਕੇ ਪ੍ਰੋਡਕਟ ਵੇਚੇ ਜਾ ਰਹੇ ਸਨ ਤੇ ਇਸ ਦੇ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਨਾਇਗਰਾ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਹੁਣ ਤੱਕ ਗੈਰ ਕਾਨੂੰਨੀ ਢੰਗ ਨਾਲ ਕੀਤੀ ਜਾ ਰਹੀ ਭੰਗ ਦੀ ਪੈਦਾਵਾਰ ਵਿੱਚ ਸਭ ਤੋਂ ਵੱਡਾ ਆਪਰੇਸ਼ਨ ਕਰਕੇ ਕਰੀਬ $34 ਮਿਲੀਅਨ ਦੀ ਭੰਗ ਜ਼ਬਤ ਕੀਤੀ ਹੈ। ਇਹ ਆਪਰੇਸ਼ਨ ਸੈਂਟ ਕੈਥਰੀਨਸ ਦੇ ਵਿੱਚ ਕੀਤਾ ਗਿਆ, ਜਿੱਥੇ ਕਿ ਮੰਗਲਵਾਰ ਦੀ ਸਵੇਰ 10:30 ਵਜੇ ਦੇ ਕਰੀਬ ਪੁਲਿਸ ਅਧਿਕਾਰੀਆਂ ਨੇ ਨਾ ਸਿਰਫ ਭੰਗ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਜੋ ਉੱਥੇ ਉਗਾਈ ਜਾ ਰਹੀ ਸੀ ਤੇ ਉਸ ਦੇ ਉੱਤੇ ਕੰਮ ਕੀਤਾ ਜਾ ਰਿਹਾ ਸੀ, ਸਗੋਂ 11 ਵਿਅਕਤੀਆਂ ਦੀ ਗ੍ਰਿਫਤਾਰੀ ਵੀ ਕੀਤੀ, ਜਿਨ੍ਹਾਂ ਦੇ ਵੱਲੋਂ ਕਰੀਬ 17,200 ਪੌਟ ਪਲਾਂਟਸ ਲਗਾਏ ਜਾ ਰਹੇ ਸਨ, ਜੋ ਕਿ 3rd ਤੇ ਮੇਨ ਸਟਰੀਟਸ ਦੇ ਉੱਤੇ ਲਗਾਏ ਹੋਏ ਸੀ। ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਕਾਫੀ ਚਿਰ ਤੋਂ ਇਸ ਥਾਂ ਦੇ ਬਾਰੇ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਨ੍ਹਾਂ ਦੇ ਬਾਰੇ ਉਹ ਜਾਂਚ ਕਰ ਰਹੇ ਸੀ। ਜਿਨ੍ਹਾਂ ਕਿਹਾ ਕਿ ਓਨਟਾਰੀਓ ਵਿੱਚ ਵੱਖੋ ਵੱਖਰੀਆਂ ਥਾਵਾਂ ਤੋਂ ਵਿਅਕਤੀ ਸਨ ਜੋ ਕਿ ਉੱਥੇ ਕੰਮ ਕਰ ਰਹੇ ਸੀ ਤੇ ਇੱਕ ਨਿਊਯਾਰਕ ਦਾ ਵੀ ਸੀ, ਜਿਨ੍ਹਾਂ ਸਾਰਿਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਭੰਗ ਦੀ ਪੈਦਾਵਾਰ ਕਰਨ ਦੇ ਵਾਸਤੇ ਉਹਨਾਂ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਨੇ। ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੇ ਮਈ ਮਹੀਨੇ ਕਈ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਸ ਜਾਂਚ ਨੂੰ ਸ਼ੁਰੂ ਕੀਤਾ ਸੀ।
ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ, ਜਿਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਵਿੱਚੋਂ ਇੱਕ ਨੂੰ ਉਹਨਾਂ ਨੇ ਇਸ ਸ਼ਰਤ ਦੇ ਉੱਤੇ ਛੱਡ ਦਿੱਤਾ ਕਿ ਉਹ ਅਦਾਲਤ ਵਿੱਚ ਪੇਸ਼ ਹੋਵੇਗਾ ਸਤੰਬਰ 4 ਨੂੰ, ਤੇ ਇਸ ਤੋਂ ਬਾਅਦ ਉਹਨਾਂ ਕਿਹਾ ਕਿ ਇਸ ਦੇ ਉੱਤੇ ਹੋਰ ਜ਼ਿਆਦਾ ਜਾਂਚ ਕੀਤੀ ਜਾਵੇਗੀ ਤੇ ਨਾਲ ਹੀ ਕਿਹਾ ਕਿ ਜੇਕਰ ਕਿਸੇ ਨੂੰ ਵੀ ਆਪਣੇ ਆਲੇ ਦੁਆਲੇ ਸ਼ੱਕੀ ਹਾਲਾਤ ਕਿਤੇ ਵੀ ਦਿਖਾਈ ਦਿੰਦੇ ਨੇ ਕਿ ਭੰਗ ਦੀ ਪੈਦਾਵਾਰ ਨੂੰ ਲੈ ਕੇ ਜਾਂ ਫਿਰ ਭੰਗ ਦੇ ਪ੍ਰੋਡਕਟ ਤਿਆਰ ਕਰਨ ਨੂੰ ਲੈ ਕੇ, ਤਾਂ ਪੁਲਿਸ ਨੂੰ ਸ਼ਿਕਾਇਤ ਜ਼ਰੂਰ ਕੀਤੀ ਜਾਵੇ ਕਿਉਂਕਿ ਇਹ ਗੈਰ ਕਾਨੂੰਨੀ ਹੈ। ਅਗਲੀ ਖਬਰ ਵਿਨੀਪੈਗ ਤੋਂ ਹੈ, ਜਿੱਥੇ ਕਿ ਅੱਜ ਸਵੇਰੇ ਅਧਿਕਾਰੀਆਂ ਨੂੰ ਜਦੋਂ ਖਬਰ ਮਿਲੀ ਤੇ ਮੌਕੇ ਤੇ ਪਹੁੰਚੇ ਉਦੋਂ ਤਾਂ ਉਹਨਾਂ ਨੂੰ ਇਹੀ ਜਾਪਿਆ ਸੀ ਕਿ ਪੈਦਲ ਜਾ ਰਹੇ ਵਿਅਕਤੀ ਦੀ ਇੱਕ ਵਾਹਨ ਨਾਲ ਟੱਕਰ ਹੋ ਗਈ ਹੈ ਤੇ ਉਸ ਦੀ ਹਾਲਤ ਖਰਾਬ ਹੈ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਵਿਅਕਤੀ ਦੀ ਟੱਕਰ ਵਾਹਨ ਨਾਲ ਹੋਣ ਤੋਂ ਪਹਿਲਾਂ ਹੀ ਉਸ ਤੇ ਗੋਲੀ ਲੱਗੀ ਹੋਈ ਸੀ। ਵਿਨੀਪੈਗ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਇੱਕ ਵਿਅਕਤੀ ਨੂੰ ਕਾਫੀ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ, ਜਿਸ ਨੂੰ ਕਿ ਬਲਮੋਲ ਸਟਰੀਟ ਤੇ ਕੰਬਰਲੈਂਡ ਐਵੇਨਿਊ ਦੇ ਉੱਤੇ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ ਸੀ। ਬੁੱਧਵਾਰ ਦੀ ਸਵੇਰ ਦੀ ਇਹ ਘਟਨਾ ਹੈ, ਪਰ ਪੁਲਿਸ ਨੇ ਵੀ ਕਿਹਾ ਕਿ ਜਦੋਂ ਵਾਹਨ ਦੀ ਟੱਕਰ ਹੋਈ ਉਸ ਵਿਅਕਤੀ ਦੇ ਨਾਲ, ਉਸ ਤੋਂ ਪਹਿਲਾਂ ਹੀ ਵਿਅਕਤੀ ਦੇ ਗੋਲੀ ਲੱਗੀ ਹੋਈ ਸੀ। ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਸਵੇਰੇ 2:30 ਵਜੇ ਦੇ ਕਰੀਬ ਬੁਲਾਇਆ ਗਿਆ, ਜਿੱਥੇ ਕਿ ਜਦੋਂ ਉਹ ਪਹੁੰਚੇ ਤਾਂ ਉਹਨਾਂ ਨੇ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਦੇਖਿਆ। ਉਹਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਤੇ ਕੁਝ ਦੇਰ ਬਾਅਦ ਇਹ ਵੀ ਪਤਾ ਲੱਗਿਆ ਕਿ ਉਸ ਵਿਅਕਤੀ ਦੇ ਪਹਿਲਾਂ ਹੀ ਗੋਲੀ ਲੱਗੀ ਹੋਈ ਸੀ, ਜਿਸ ਤੋਂ ਬਾਅਦ ਅਧਿਕਾਰੀਆਂ ਦੇ ਵੱਲੋਂ ਸਵੇਰੇ 8 ਵਜੇ ਤੱਕ ਵੀ ਉਸ ਥਾਂ ਦੇ ਉੱਤੇ ਜਾਂਚ ਕੀਤੀ ਜਾ ਰਹੀ ਸੀ। ਅਧਿਕਾਰੀਆਂ ਨੇ ਉਸ ਵਿਅਕਤੀ ਦੀ ਉਮਰ ਕਰੀਬ 44 ਸਾਲ ਦੱਸੀ ਹੈ, ਜਿਸ ਨੂੰ ਹਸਪਤਾਲ ਜਦੋਂ ਪਹੁੰਚਾਇਆ ਗਿਆ ਉਸ ਦੀ ਹਾਲਤ ਕਾਫੀ ਗੰਭੀਰ ਸੀ। ਤੇ ਇਸ ਦੌਰਾਨ ਪੁਲਿਸ ਨੇ ਇਹ ਵੀ ਕਿਹਾ ਕਿ ਜਿਸ ਡਰਾਈਵਰ ਦੇ ਵਾਹਨ ਦੀ ਟੱਕਰ ਉਸ ਦੇ ਨਾਲ ਹੋਈ ਉਹ ਮੌਕੇ ਤੇ ਹੀ ਮੌਜੂਦ ਸੀ ਤੇ ਉਸ ਦੇ ਨਾਲ ਗੱਲਬਾਤ ਵੀ ਪੁਲਿਸ ਨੇ ਕੀਤੀ ਹੈ, ਜਿਨ੍ਹਾਂ ਕਿਹਾ ਕਿ ਉਸ ਵਿਅਕਤੀ ਦੇ ਉੱਤੇ ਹਜੇ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਤੇ ਇਸ ਦੇ ਬਾਰੇ ਹੋਰ ਜ਼ਿਆਦਾ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਮਾਮਲੇ ਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਫਿਲਹਾਲ ਉਹ ਸ਼ੁਰੂਆਤੀ ਦੌਰ ਦੇ ਵਿੱਚ ਨੇ, ਜਿਸ ਕਰਕੇ ਉਹ ਵਿਅਕਤੀ ਦੀ ਪਛਾਣ ਵੀ ਨਹੀਂ ਦੱਸ ਸਕਦੇ। ਕੈਨੇਡਾ ਭਰ ਵਿੱਚ ਜੋ ਜਸ਼ਨ ਮਨਾਏ ਜਾ ਰਹੇ ਨੇ ਕੈਨੇਡਾ ਡੇ ਦੇ, ਤੇ ਇਸ ਦੌਰਾਨ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਜੋ ਵੱਖੋ ਵੱਖਰੀਆਂ ਇਹ ਵਧਾਈਆਂ ਦਿੱਤੀਆਂ ਗਈਆਂ ਨੇ, ਤੁਹਾਨੂੰ ਸੁਣਾਉਂਦੇ ਹਾਂ ਕਿ ਇਸ ਸਮੇਂ ਕੰਜ਼ਰਵੇਟਿਵ ਲੀਡਰ ਐਂਡਰਿਊ ਸ਼ੀਅਰ ਦੇ ਵੱਲੋਂ ਕਿਵੇਂ ਵਧਾਈਆਂ ਦਿੱਤੀਆਂ ਗਈਆਂ, ਐਨਡੀਪੀ ਲੀਡਰ ਜਗਮੀਤ ਸਿੰਘ ਦੇ ਵੱਲੋਂ ਕਿਵੇਂ ਦਿੱਤੀਆਂ ਗਈਆਂ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਅੱਜ ਕੈਨੇਡਾ ਵਾਸੀਆਂ ਨੂੰ ਕੀ ਕਿਹਾ ਤੇ ਨਾਲ ਹੀ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਵੱਲੋਂ ਕਿਹੜੀਆਂ ਗੱਲਾਂ ਕਹੀਆਂ ਗਈਆਂ। Happy Canada Day. Whether you are celebrating Canada's 153rd birthday in Charlottetown or Charlevoix, Peterborough or Prince George, Regina or Red Deer, Iqaluit or Ingersoll, I hope that you are able to reflect on all that makes our beautiful country truly the greatest on earth. While the current pandemic means that most of us will be gathered virtually this year or with immediate family in our own backyards, history has shown that when faced with adversity, Canadians persevere and come together as a nation stronger than ever before. Over the past few months, we have been reminded of that strength and determination. From frontline healthcare workers to truck drivers, grocery store clerks, pharmacists, cleaning staff, and other essential workers, Canadians have stepped up to help and support each other. Neighbors checking in on the elderly, churches taking their services online, community groups going above and beyond to help those who need it. I have never been so proud to be Canadian. People have come to Canada from all over the world because of our freedom, and that is what makes us strong and diverse. So on behalf of Canada's Conservatives, happy Canada Day. Friends, I want to wish you all a happy Canada Day. Today is the day that we celebrate the amazing country we live in. And if we look around the world, we're really thankful for all that we have here. But at the same time, there's still so much more work we need to do. So today, while we celebrate all that we have, let's also commit to building a better Canada. Happy Canada Day. Hello everyone and happy Canada Day. Today we celebrate the amazing place we call home and the people we share it with. Whether you're firing up the barbecue or heading outside with the kids, this is a chance to reflect on where we are as a country and where we're headed from here. The last few months have been hard, there's no question about that. But throughout this pandemic, we've been there for one another, because that's what it means to be Canadian. We're neighbours helping neighbours, small businesses being there for their communities and their staff, men and women in uniform protecting the most vulnerable, doctors and nurses keeping our families healthy. My friends, Canada's success is because of its people, people like you, people who strive to live up to our shared values of peace, equality and compassion, people who believe in the strength of our diversity, and people who know that it's only together that we can build a better country.
a country where every senior has a safe place to live, a country where everyone has an equal and fair chance to succeed, a country where we say no to racism, to injustice, to hate, a country where we know our work is never finished. Because that's what makes Canada special. Not the belief that this is the best country in the world, the knowledge that we could be. We can build that country. I know we can. Because no challenge we face will be too great if we face it together. Today we celebrate the country we share, and tomorrow we look to the future and move forward together. Happy Canada Day, everyone. I want to wish all Canadians a happy Canada Day. Today, Canadians celebrate our great country and the opportunity that comes with being Canadian. On this day, I want to send a special message to our deployed military members and their families who serve alongside them. Know that Canadians everywhere are proud of the important work that you do to protect our values and the most vulnerable around the world. Thank you for everything you do. The defense team, both soldiers and civilians, always puts Canadians first. And right now, they are working in local communities to help stop the spread of COVID-19 and around the world in operations to keep Canadians safe. And they remain ready to help us here at home if natural disasters strike. So as we celebrate Canada, we have to recognize that for all Canadians, including our CAF members, these past few months have truly been a test of adaptability and resilience in the face of crisis. Though all Canadians are celebrating, I also ask each of us to take a moment to remember our Canadian Armed Forces personnel who lost their lives recently in the Ionian Sea and here at home in Kamloops, British Columbia. They are heroes and their families deserve our gratitude. I am proud that as Canadians, we have worked together, whether frontline workers, businesses, or the military, to fight the spread of the pandemic. And despite the challenges, we've all adapted to a new normal. These trials have made us stronger as a nation built on common values of peace, diversity, inclusion, and equality, which is worth protecting and celebrating every day. But as we celebrate Canada and its diversity, the recent Black Lives Matter rallies have shown that we need to recognize the systemic racism that still holds far too many Canadians back. We need to do better each and every day to make sure that every Canadian, no matter their gender, or if they are Black, Indigenous, LGBTQ2, or a person of color, are treated equally in our society. Across the country, Canada Day festivities will look quite different than they usually do. While our gatherings have been limited to keep our communities safe, I encourage all of you to show your pride in being Canadian through participating in online celebrations. I know I will be participating in various activities online, and you can join us on social media to celebrate Canada Day with the hashtag Canada Day and hashtag MyCAF. Thank you to the defense team and to all military families for your dedicated service to Canada, to Canadians, and to our values. And to all Canadians, happy Canada Day, stay healthy and stay safe. ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।